पंकज बंदन पद पंकज बंदन सिमर अंगद दुख निकंदन अमरदास गुर हृदय ते गुर हृदय ते श्री गुरु रामदास गुण गाऊं श्री अर्जन विघ्नन के नाशक विघ्नन के नाशक हर गोविंद सुख सुमात पर काशक श्री हर राय नमो कार जोरी नमो कार जोरी गुरु हर कृष्ण मनाए बहोरी तेग बहादुर परम कृपा जी परम कृपा श्री गुरु गोविंद सिंह विसहाना तरुतरा पर पुन पुन सीसा दी पुन पुन सीसा बंदो बाहर बार जगदीशा जिसमें अमृत ज्ञान है मानक भगत विराग गुरु ग्रंथ साहिब उदद बंदो कर अनुराग एक ओंकार सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए जो परता सही आहे मरीनी बोर सुनो पार तेरा दकीनी सो पावत है नरक जारी जम के दूत देत दुख पारी। वाहिगुरु जी का खालसा वाहिगुरु जी की फतेह। गुरु की सजनी वर्जी गुरु रूप गुरु खालसा संगत जीओ आप जी वडभागे हो। गुरु हरगोबिंद पातशाह महाराज जी के पावन पवित्र मुकद्दस स्थान के उपर सुभाईमान होंदे धन गुरु ग्रंथ सिंह जी महाराज जी की निੱਘੀ कोट का आनंद मान रहे हो। धन गुरु नानक सिंह जी महाराज जी का पावन पवित्र जीवन गाथा श्री गुरु प्रताप सूरज ग्रंथ श्री नानक प्रकाश जी आप जी सुन रहे हो। धन गुरु नानक साहब जी लुकाई में उतारदे हुए अज भूटान की धरती से पहुंचना कीते। इत्थे जो प्रजा है वो राजे दे जो विकार कमाता है उसको बड़ी दुखी है। ये राजा व्यभिचारी है। किसी भी धी का डोला इस नगर के आ जाए पहला डोला जिहड़ा है वो उसके महलों के जाता है। वासनावां की पूर्ति करन उपरंत फिर धी जिहड़ी है किसी दे अपने घर दे जाती है। धन गुरु नानक सिंह जी महाराज जी ने इत्थे आके डेरा किया नगर को बाहरवार उतों के लोग मिलना करते हैं रब्बी कुछ जानना किया ते उपदेश दिता गुरु नानक साहब जी ने कि प्रभु की बंदगी करे करो।
ਹੌਲੀ ਹੌਲੀ ਗੱਲ ਰਾਜੇ ਦੇ ਕੰਨਾਂ ਤੱਕ ਪਹੁੰਚੀ। ਲੋਕਾਂ ਨੇ ਸਮਝਾਇਆ ਜੇ ਇਹ ਰੋਗ ਤੂੰ ਕੱਟਣਾ ਚਾਹੁੰਦਾ ਹੈ ਤੇ ਫਿਰ ਜਿਹੜਾ ਹੈ ਤੂੰ ਉਸ ਸਾਧੂ ਦੀ ਸ਼ਰਤ ਦੇ ਵਿੱਚ ਜਿਹੜਾ ਹੈ ਉਹ ਜਾਣ ਕਰ। ਬੇਨਤੀ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਢਹਿ ਪਿਆ। ਕੁਝ ਉਪਹਾਰ ਦੇਣੇ ਚਾਹੇ, ਮਾਲਕ ਨੇ ਲਏ ਨਾ। ਉਪਰੰਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਕਿਹਾ ਕਿ ਉਪਹਾਰ ਤਾਂ ਲਵਾਂਗੇ ਜੇ ਤੂੰ ਆਪਣੇ ਵਿਕਾਰ ਜਿਹੜੇ ਹੈ ਛੱਡ ਦੇਣੇ। ਕਹਿੰਦਾ ਵਿਕਾਰ ਜਿਹੜੇ ਨੇ ਉਹ ਮੇਰੇ ਜਾਂਦੇ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਉਸ ਸਰੀਰ ਦੀ ਜਿਹੜੀ ਹੈ ਬਣਤਰ ਬਾਰੇ ਦੱਸਿਆ ਕਿ ਜਿਸ ਸਰੀਰ ਦੇ ਪਿੱਛੇ ਤੂੰ ਦੌੜਿਆ ਫਿਰਦਾ ਹੈ ਉਹਦੇ ਵਿੱਚ ਹੈ ਕੀ? ਇੱਕ ਲਹੂ ਹੈ, ਇੱਕ ਹੱਡੀਆਂ, ਇੱਕ ਮਾਸ ਹੈ, ਇੱਕ ਜਿਹੜੀ ਹੈ ਉਹ ਮਿੱਝ ਹੈ। ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰ। ਇਸ ਤੋਂ ਵੱਧ ਕੁਝ ਵੀ ਨਹੀਂ ਹੈ। ਜਿਹੜੀਆਂ ਮੁਖੜੇ ਨੂੰ ਤੂੰ ਤੱਕ ਕੇ ਸੁੰਦਰ ਕਹਿੰਦਾ ਹੈ, ਜਿਹੜੇ ਦੰਦਾਂ ਨੂੰ ਤੂੰ ਮੋਤੀਆਂ ਵਰਗੇ ਅਨਾਰ ਦੇ ਦਾਣਿਆਂ ਨੂੰ ਤੂੰ ਕਹਿੰਦਾ ਹੈ ਤੇ ਉਹ ਵੀ ਇੱਕ ਹੱਡੀਆਂ ਹਨ। ਆਤਮਕ ਸਰੀਰ ਦੇ ਜਿਹੜੇ ਅੰਗ ਹਨ ਉਹਨਾਂ ਦਾ ਜ਼ਿਕਰ ਕਰਦੇ ਆ, ਇਹਨੂੰ ਸਮਝਾਉਣਾ ਕੀਤਾ। ਤੇ ਫਿਰ ਨਾਲ ਹੀ ਇੱਕ ਬਚਨ ਕਿਹਾ ਹੈ, ਇਹ ਮੂਰਖ ਤੂੰ ਇਸ ਸਰੀਰ ਦੇ ਵਿੱਚ ਲੱਭਦਾ ਕੀ ਪਿਆ ਹੈ? ਆਪਣੇ ਪਰਿਵਾਰ ਨੂੰ ਛੱਡ ਕੇ ਕਿਤੇ ਬਾਹਰ ਭੱਜੇਗਾ ਤੇ ਫਿਰ ਇਹ ਵਿਚਾਰ ਵਸਤੂ ਦੇ ਰਾਹੀਂ ਬਿਲਕੁਲ ਗੱਲ ਸਪਸ਼ਟ ਹੈ ਕਿ ਇਹ ਵਾਸ਼ਨਾਵਾਂ ਦਾ ਹੜ ਹੈ ਤੇ ਇੱਥੇ ਤੈਨੂੰ ਲੱਭਣਾ ਕੁਝ ਨਹੀਂ। ਜੇ ਆਪਣੇ ਘਰ ਦੇ ਵਿੱਚ ਰਵੇ ਤੇ ਉੱਥੇ ਜਿਹੜਾ ਹੈ ਸੁਖਦਾਈ ਜੀਵਨ ਜਿਹੜਾ ਹੈ ਭੋਗ ਸਕਦਾ ਹੈ। ਹੁਣ ਇੰਨੇ ਬਚਨ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਭੂਟਾਨ ਦੇ ਰਾਜੇ ਨੇ ਗੁਰੂ ਕੀ ਸੰਗਤ ਜੀ ਸੁਣਨੇ ਕੀਤੇ ਤੇ ਉਹਦੇ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਉਸ ਰਾਜੇ ਨੂੰ ਕੁਝ ਹੋਰ ਉਪਦੇਸ਼ ਦੇਣਾ ਹੈ। ਉਹ ਕੀ ਦੇ ਰਹੇ ਨੇ? ਰਾਜਾ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਤ ਦੇ ਵਿੱਚ ਆ ਰਿਹਾ ਹੈ। ਆਓ ਦਿਓ ਅਸੀਂ ਇਸ ਵਿਚਾਰਾਂ ਦੀ ਆਰੰਭਤਾ ਕਰੀਏ, ਪ੍ਰਸੰਗ ਨੂੰ ਅੱਗੇ ਤੋਰੀਏ। ਪ੍ਰਸੰਗ ਨੂੰ ਅੱਗੇ ਤੋਰੀਏ। ਆਪਣਾ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਜੋ ਪਰ ਤਸ ਹੀ ਆਹੇ ਮਲੀਨੀ। ਆਂਦੇ ਜਿਹੜੇ ਦੇ ਸਭ ਤੋਂ ਪਹਿਲਾਂ ਹੈ ਹੀ ਮਲੀਨ ਹੈ, ਉਸ ਦੇਹ ਦੇ ਮਗਰ ਕਿਉਂ ਭੱਜਦਾ ਹੈ? ਬਹੁਰ ਸੁਣੋ ਪਰ ਤੇਰਾ ਤਕੀਨੀ। ਜਿਹੜੇ ਜਿਹੜੇ ਪਰਾਈ ਇਸਤਰੀ ਦੇ ਨਾਲ ਆਂਦੇ ਨੇ ਸੰਬੰਧ ਬਣਾਉਂਦੇ ਨੇ, ਧਿਆਨ ਦੇਣਾ ਇੱਥੇ ਜਿਹੜਾ ਵਿਸ਼ਵ ਵਸਤੂ ਆ ਰਿਹਾ ਹੈ ਉਹ ਬੱਜਲ ਕਰਹਿਤਾਂ ਦੇ ਵਿੱਚ ਵੀ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਹੈ ਉਹ ਸਪਸ਼ਟ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਏ ਨੇ ਕਿਉਂ ਪਰਾਏ ਸਰੀਰ ਦੇ ਮਗਰ ਜਿਹੜਾ ਹੈ ਤੂੰ ਵਿਚਾਰ ਕਮਾਉਂਦਾ ਹੈ। ਸੋ ਪਾਵਤ ਹੈ ਨਰਕ ਮਜਾਰੀ। ਜਿਹੜੇ ਮਨੁੱਖ ਇਸ ਤਰ੍ਹਾਂ ਵਿਚਾਰ ਕਮਾਉਂਦੇ ਨੇ ਇਹ ਰਾਜਨ ਇੱਥੇ ਤੇ ਦੁਖੀ ਹੁੰਦੇ ਹੀ ਹੁੰਦੇ ਨੇ। ਹੁਣ ਸੁਣ, ਜਦੋਂ ਸੰਸਾਰ ਤੋਂ ਉਹਨਾਂ ਦਾ ਸਰੀਰ ਚਲਾ ਜਾਂਦਾ ਹੈ ਨਾ, ਉਸ ਮਾਲਕ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਕਿਹੜੀਆਂ ਸਜ਼ਾਵਾਂ ਮਿਲਦੀਆਂ ਨੇ ਇਹੋ ਜਿਹੇ ਵਿਚਾਰੀਆਂ ਨੂੰ। ਆਂਦੇ ਜਦੋਂ ਫਿਰ ਉਹਨਾਂ ਨੂੰ ਨਰਕ ਦੇ ਭਾਗੀ ਬਣਨਾ ਪੈਂਦਾ ਹੈ। ਜਮ ਕੇ ਦੂਤ ਦੇਤ ਦੁਖ ਭਾਰੀ। ਜਮਾਂ ਦੇ ਦੂਤ ਬੜਾ ਭਾਰੀ ਦੁੱਖ ਦਿੰਦੇ ਨੇ ਫਿਰ ਉਸ ਸਰੀਰ ਨੂੰ। ਕਰ ਲੋਹੇ ਕੀਤੀ ਤ ਪਾਵੇ। ਆਂਦੇ ਜਿਨ੍ਹਾਂ ਸਰੀਰਾਂ ਦੇ ਮਗਰ ਤੂੰ ਦੌੜਦਾ ਹੈ ਫਿਰ ਉੱਥੇ ਲੋਹੇ ਦੀਆਂ ਤੀਵੀਆਂ ਜਿਹੜੀਆਂ ਨੇ ਬਣਾਈਆਂ ਜਾਂਦੀਆਂ ਨੇ। ਪਿਆਰ ਨਾਲ ਕੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਉਹਨਾਂ ਨੂੰ ਜਿਹੜਾ ਹੈ ਲਾਲ ਸੁਰਖ ਰੂਪ ਤਪਾਇਆ ਜਾਂਦਾ ਹੈ। ਬਾਦ ਤਾਹੀਂ ਗਰ ਸੰਗ ਲਗਾਵੇ। ਤੇ ਫਿਰ ਉਹਨਾਂ ਸਿੱਖਾਂ ਦੇ ਨਾਲ ਜੋ ਇਸਤਰੀ ਰੂਪ ਹਨ
ਉਹਨਾਂ ਦੇ ਨਾਲ ਤੈਨੂੰ ਜਿਹੜਾ ਹੈ ਰੱਸਿਆਂ ਦੇ ਨਾਲ ਇਸ ਸਰੀਰ ਨੂੰ ਬੰਨਿਆ ਜਾਂਦਾ ਹੈ। ਹੋਤ ਕਸ਼ਟ ਬਹੁ ਕਰਤ ਪੁਕਾਰਾ। ਫਿਰ ਉੱਥੇ ਇੰਨਾ ਭਾਰੀ ਕਸ਼ਟ ਮਿਲਦਾ ਹੈ ਕਿ ਤੇਰੀ ਪੁਕਾਰਾਂ ਹੀ ਪੁਕਾਰਾਂ ਨਿਕਲਦੀਆਂ ਕਿ ਕੋਈ ਬਚਾ ਲਵੇ, ਪਰ ਉੱਥੇ ਬਚਾਉਣ ਵਾਲਾ ਕੋਈ ਨਹੀਂ। ਬੋਰ ਕਰੇ ਜਮ ਡੰਡਣ ਮਾਰਾ। ਤੇ ਉੱਥੇ ਜਮਾਂ ਦਾ ਡੰਡ ਜਿਹੜਾ ਹੈ ਉਹ ਫਿਰ ਸਹਿਣਾ ਪੈਂਦਾ ਹੈ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਬੀਰ ਜਨ ਕਾ ਠੇਂਗਾ ਬੁਰਾ ਉਹ ਨਾ ਸਹਿਆ ਜਾਏ, ਏਕ ਜੋ ਸਾਧੂ ਮੋਹ ਮਿਲਿਓ ਤਿਨ ਲਿਆ ਅੰਚਲ। ਗੁਰੂ ਮਿਲ ਜਾਵੇ, ਉਹਦੀ ਸਿੱਖਿਆ ਦੇ ਉੱਤੇ ਕੋਈ ਤੁਰ ਪਵੇ ਤੇ ਜਮਾਂ ਦੇ ਡੰਡਿਆਂ ਤੋਂ ਬਚਿਆ ਜਾ ਸਕਦਾ ਜੇ। ਪਰ ਜੇ ਕਿਤੇ ਵਿਕਾਰਾਂ ਦੇ ਵਿੱਚ ਜੀਵਨ ਜਿਹੜਾ ਪ੍ਰਵਿਰਤ ਹੋ ਗਿਆ, ਸੰਸਾਰ ਤੋਂ ਇਹ ਸਰੀਰ ਚਲਾ ਗਿਆ, ਤੇ ਸਾਹਿਬ ਜੀ ਕਹਿੰਦੇ ਵਿਭਚਾਰੀ ਮਨੁੱਖ ਦੀ ਹਾਲਤ ਉੱਥੇ ਇਹੋ ਜਿਹੀ ਹੈ, ਉਹਨੂੰ ਤਪਦੀਆਂ ਹੋਈਆਂ ਸੀਖਾਂ ਦੇ ਨਾਲ ਬੰਨ੍ਹ ਕੇ ਜਿਹੜੇ ਨੇ ਨਾ ਉੱਪਰੋਂ ਡੰਡੇ ਮਾਰੇ ਜਾਂਦੇ ਹਨ। ਸਿਨਕ ਜੇ ਮਨ ਸੁਖ ਪਾਵੇ ਕਾਮੀ। ਇਹ ਰਾਜਨ ਛਿਨ ਭਰ ਦੇ ਸੁਖ ਵਾਸਤੇ ਵਿਭਚਾਰੀ ਮਨੁੱਖ ਜਿਹੜਾ ਹੈ ਕਿੰਨਾ ਕੁ ਟਾਈਮ ਸੁਖ ਭੋਗ ਲਵੇਗਾ। ਸਿਰ ਵਾਹਿਗੁਰੂ ਛਿਨ ਭਰ ਦੇ ਪਰਾਏ ਸਰੀਰ ਦੇ ਸੁਖ ਕਰਕੇ ਜਿਹੜਾ ਹੈ ਉਹ ਮਨੁੱਖ ਇਹ ਕਰਤੱਵ ਕਰਦਾ ਹੈ। ਚਿਰੰਗ ਕਾਲ ਦੁਖ ਨਾਰਕ ਨਾ ਗਾਮੀ। ਤੇ ਫਿਰ ਚਿਰੰਕਾਲ ਸਦਾ ਵਾਸਤੇ ਜਿਹੜਾ ਹੈ ਉਹ ਨਰਕਾਂ ਦਾ ਭਾਗੀ ਬਣ ਜਾਂਦਾ ਹੈ। ਅਨੇਕ ਪ੍ਰਕਾਰ ਤਾਰ ਨਾ ਸਹੀ। ਤੇ ਅਨੇਕ ਪ੍ਰਕਾਰ ਬਈ ਪ੍ਰਕਾਰ ਦੇ ਉੱਤੇ ਭਾਰੀ ਦੁੱਖ ਫਿਰ ਸਹਿਣੇ ਪੈਂਦੇ ਹਨ। ਸਿਮਰਤ ਵੇਦ ਪੁਰਾਨ ਅਸ ਕਹੀ। ਤੇ ਜਿਹੜੀਆਂ ਸਿਮਰਤੀਆਂ ਪੁਰਾਨ ਨੇ ਸ਼ਾਸਤਰ ਹਨ ਨਾ ਇਹ ਰਾਜਨ ਉਹ ਵੀ ਇਹੀ ਬਿਆਨ ਕਰਦੀਆਂ ਹਨ ਜੀ। ਬਚਨ ਸੁਣੇ ਨਿਰਪਖ ਰੋਣ ਮਜਾਰੇ। ਅੱਜ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਤਰ੍ਹਾਂ ਉਪਦੇਸ਼ ਬਚਨ ਭੂਟਾਨ ਦੇ ਰਾਜੇ ਨੇ ਆਪਣੇ ਕੰਨਾਂ ਦੇ ਨਾਲ ਸੁਣੇ ਹਨ। ਭਲੀ ਰੀਤ ਸੋਚੀਤ ਵਿਚਾਰੇ। ਮਨ ਇਹਦਾ ਹੁਣ ਸੋਚਦਾ ਹੈ ਕਿ ਇਸ ਮਹਾਪੁਰਸ਼ ਨੇ ਕੋਈ ਭਲੀ ਰੀਤ ਜਿਹੜੀ ਹੈ, ਚੰਗੀ ਗੱਲ ਜਿਹੜੀ ਹੈ ਮੈਨੂੰ ਦੱਸਣੀ ਕੀਤੀ ਹੈ। ਲਖ ਆਪਣੇ ਕਲ ਮਲ ਭਾਰੀ। ਤੇ ਹੁਣ ਜਦੋਂ ਆਪਣੇ ਕੀਤੇ ਹੋਏ ਪਾਪ ਇਹਦੇ ਅੱਗੇ ਸਾਹਮਣੇ ਪ੍ਰਤੱਖ ਹੋ ਗਏ ਨਾ, ਤੇ ਆਪਣੇ ਹਿਰਦੇ ਵਿੱਚ ਜਿਹੜੇ ਜਿਹਨੇ ਹੋਰ ਵੀ ਇਹਨੇ ਪਾਪ ਕੀਤੇ ਸਨ, ਵਿਕਾਰ ਕਮਾਏ ਸਨ, ਉਹਨਾਂ ਦੀ ਮੈਲ ਇਹਦੀ ਅੱਖਾਂ ਦੇ ਸਾਹਮਣੇ ਆ ਗਈ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰ ਮਨੁੱਖ ਸੰਸਾਰ ਦੇ ਉੱਤੇ ਵਿਚਰਦਿਆਂ ਬਹੁਤ ਕੁਝ ਕਰਦਾ ਹੈ, ਸੋਚਦਾ ਹੈ, ਗਵਾਂਢੀਆਂ ਕੋਲੋਂ ਪੜ੍ਹਦਾ, ਗਲੀ ਗਵਾਂਢ ਕੋਲੋਂ ਪੜ੍ਹਦਾ, ਸ਼ਹਿਰ ਕੋਲੋਂ ਪੜ੍ਹਦਾ, ਪੂਰੇ ਸੰਸਾਰ ਕੋਲੋਂ ਪੜ੍ਹਦਾ, ਪਰ ਇੱਕ ਉਹ ਜਾਨੀ ਜਾਨ ਪੁਰਖ ਹੈ ਅਕਾਲ ਪੁਰਖ ਵਾਹਿਗੁਰੂ, ਉਹ ਤੋਂ ਵੀ ਕਈ ਵਾਰ ਸੋਚ ਲੈਂਦਾ ਹੈ ਕਿ ਮੈਂ ਇਹ ਤੋਂ ਵੀ ਪੜ੍ਹਦਾ ਪਾ ਰਿਹਾ। ਬਾਣੀ ਨੇ ਕਿਹਾ ਅਨਕ ਪੜ੍ਹਦੇ ਨੇ ਕਮਾਏ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੇ। ਇਸ ਕਰਕੇ ਹੁਣ ਇਹ ਮਨ ਦੇ ਅੰਦਰ ਇਹਦੇ ਇੱਕ ਪੜਚੋਲ ਚੱਲੀ ਕਿ ਮੈਂ ਇੰਨਾ ਵਿਭਚਾਰੀ ਬਣ ਚੁੱਕਾ ਸਾਂ, ਮੈਂ ਇੰਨਾ ਵਿਕਾਰੀ ਬਣ ਚੁੱਕਾ ਸਾਂ ਕਿ ਜਿਹੜੇ ਜਿਹੜੇ ਕਰਮ ਮੈਂ ਕਰਦਾ ਰਿਹਾ ਮੈਂ ਤਾਂ ਕਦੇ ਉਹਨਾਂ ਨੂੰ ਪਾਪਾਂ ਦੇ ਵਿੱਚ ਗਿਣਿਆ ਹੀ ਨਹੀਂ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਵਿਕਾਰੀ ਮਨੁੱਖ ਹਮੇਸ਼ਾ ਹੀ ਇਹ ਸੋਚਦਾ ਹੈ ਜੋ ਮੈਂ ਕਰ ਰਿਹਾ ਹਾਂ ਉਹ ਸਹੀ ਕਰ ਰਿਹਾ ਹਾਂ, ਇਸ ਤੋਂ ਉੱਤਮ ਕੋਈ ਗੱਲ ਨਹੀਂ। ਪਰ ਜਿਸ ਦਿਨ ਕਿਵਾੜ ਖੁੱਲ੍ਹਦੇ ਨੇ ਅੰਦਰਲੇ, ਉਸ ਦਿਨ ਸਮਝ ਪੈ ਜਾਂਦੀ ਅੱਜ ਤੱਕ ਜੋ ਕੀਤਾ ਮੈਂ ਕੀਤਾ ਹੀ ਸਾਰਾ ਗਲਤ ਹੈ। ਇਹ ਹੁਣ ਆਪਣੇ ਪਾਪਾਂ ਨੂੰ ਅੰਦਰ ਵਾਚਦਾ ਹੈ ਜੀ। ਪਰਿਓ ਚਰਨ ਪਰ ਗੁਰੂ ਅਗਾਰੀ। ਕੀ ਹੋਇਆ? ਗੁਰੂ ਦੇ ਛੱਡੇ ਹੋਏ ਬਚਨ ਰੂਪ ਬਾਣ ਸੀਨੇ ਦੇ ਵਿੱਚ ਲੱਗੇ। ਮਨ ਦੀ ਮੈਲ ਜਿਹੜੀ ਹੈ ਧੋ ਕਰਕੇ ਇੱਕ ਸਾਈਡ ਨੂੰ ਹੋ ਗਈ, ਕਹਿ ਦਈਏ ਮਨ ਪਵਿੱਤਰ ਹੋ ਗਿਆ। ਗੁਰੂ ਕੇ ਚਰਨਾਂ ਦੇ ਵਿੱਚ
ਇਸ ਰਾਜੇ ਨੇ, ਭੂਟਾਨ ਦੇ ਰਾਜੇ ਨੇ ਆਪਣਾ ਸਿਰ ਰੱਖ ਦਿੱਤਾ ਹੈ। ਹੋ ਆ ਜਾਣ ਬਹੁ ਪਾਪ ਕਮਾਤੇ। ਕਹਿਣ ਲੱਗਾ ਗੁਰੂ ਜੀ ਮੈਂ ਤਾਂ ਅਣਜਾਣ ਸਾਂ, ਇਸ ਅਣਜਾਣ ਪੁਣੇ ਦੇ ਵਿੱਚ ਬੜੇ ਪਾਪ ਕਮਾ ਲਏ। ਬਚਨ ਤੁਮਾਰੀ ਤੇ ਮੈਂ ਜਾਤੇ। ਹੁਣ ਮੈਂ ਤੁਹਾਰੇ ਬਚਨ ਜਿਹੜੇ ਨੇ ਉਹ ਜਾਣ ਲਏ ਹਨ ਜੀ। ਕਿਰਪਾ ਧਾਰ ਬਖਸ਼ੋ ਮੁਝ ਆਬਹੀ। ਇਸ ਕਰਕੇ ਇਹ ਕਿਰਪਾ ਦੇ ਸਾਗਰ, ਕਿਰਪਾ ਕਰਕੇ ਮੈਨੂੰ ਹੁਣ ਬਖਸ਼ ਲੈ। ਬਹੁਰ ਕਰੀਤ ਕਰੋ ਨੇ ਕਾਬਹੀ। ਮੈਂ ਆਪਣੇ ਕੰਨਾਂ ਨੂੰ ਹੱਥ ਲਾਏ, ਰੱਬ ਜੀ ਹੁਣ ਦੁਹਾਈ ਹੋ ਗਈ, ਹੁਣ ਤੋਬਾ ਹੋ ਗਈ। ਤਰਾਹੇ ਤਰਾਹੇ ਕਬਹੂ ਨਾ ਕਰ। ਹੁਣ ਮੈਂ ਤਰ੍ਹਾਂ ਤਰ੍ਹਾਂ ਕਰਦਾ ਹਾਂ। ਆ ਜਿਹੜੇ ਕਰਮ ਮੈਂ ਕਰ ਬੈਠਾ, ਹੇ ਸਾਧੂ ਜੀ ਅੱਜ ਤੋਂ ਬਾਅਦ ਮੈਂ ਇਹ ਨਹੀਂ ਕਰਾਂਗਾ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਮਨ ਜਿਹੜਾ ਹੈ ਨਿਰਮਲਤਾਈ ਵੱਲ ਤੁਰਦਾ ਪਿਆ ਹੈ। ਗੁਰੂ ਜੀ ਨੂੰ ਇਹ ਬਚਨ ਕਹਿ ਰਿਹਾ ਹੈ ਜੀ। ਸੁਣ ਕਰ ਪਏ ਪ੍ਰਸੰਨ ਕਿਰਪਾਲਾ। ਜਦੋਂ ਇਹਦੇ ਬਚਨ ਸੁਣੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਜੀ, ਭਾਈ ਬਾਲਾ ਜੀ, ਗੁਰੂ ਅੰਗਦ ਸਾਹਿਬ ਜੀ ਨੂੰ ਕਹਿ ਰਹੇ ਨੇ ਕਿ ਗੁਰੂ ਜੀ ਸੁਣੋ। ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਬੜੇ ਪ੍ਰਸੰਨ ਹੋਏ ਹਨ। ਕਹੇ ਬਚਨ ਸੁਣੀਏ ਨਰਪਾਲਾ। ਤੇ ਉਦੋਂ ਬਚਨ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਇਹ ਲੋਕਾਂ ਦੇ ਨਾਥ, ਇਹ ਇਸ ਦੇਸ਼ ਦੇ ਰਾਜੇ ਸੁਣਨਾ ਕਰ। ਆਗੇ ਕਰੋ ਪਾਪ ਨੇ ਕੋਈ। ਤੂੰ ਸਾਨੂੰ ਵਚਨ ਦੇ, ਅੱਗੇ ਤੋਂ ਇਦਾਂ ਦਾ ਕੋਈ ਵੀ ਕਰਮ ਜਿਹੜਾ ਹੈ ਪਾਪ ਰੂਪ ਜੋ ਹੋਵੇਗਾ ਉਹ ਨਹੀਂ ਕਰੇਗਾ। ਪਿਛਲੇ ਕਰੇ ਜੋ ਬਖਸ਼ੇ ਸੋਈ। ਨਾਮ ਹੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਵਚਨ ਦੇ ਦੇ ਕਿ ਅੱਜ ਤੋਂ ਬਾਅਦ ਇਹ ਵਿਕਾਰ ਨਹੀਂ ਕਮਾਵੇਂਗਾ, ਪਾਪ ਨਹੀਂ ਕਰੇਗਾ। ਤੇ ਰੱਬ ਕੀ ਕਰੇਗਾ ਫਿਰ? ਤੇਰੇ ਪਿਛਲੇ ਗੁਨਾਹ ਮਾਫ ਕਰ ਦੇਵੇਗਾ, ਪਰ ਜੇ ਅੱਗੇ ਤੋਂ ਜਿਹੜਾ ਹੈ ਤੂੰ ਸੁਧਰ ਕੇ ਚੱਲੇ। ਧਿਆਨ ਦੇਣਾ, ਪੰਜ ਪਿਆਰੇ ਸਹਿਬਾਨ ਜਦੋਂ ਅੰਮ੍ਰਿਤ ਛਕਾਉਂਦੇ ਹਨ, ਉੱਥੇ ਚਾਰ ਗ੍ਰਹਿਤਾਂ ਦਾ ਜ਼ਿਕਰ ਜਿਹੜਾ ਹੈ ਉਹ ਦੱਸਿਆ ਜਾਂਦਾ ਹੈ, ਜਿਹਦੇ ਵਿੱਚ ਪਰ ਇਸਤਰੀ ਪਰ ਪੁਰਖ ਦਾ ਗਮਨ ਕਰਨਾ ਵਜਰ ਕੁਰਹਿਤ ਦੱਸੀ ਜਾਂਦੀ ਹੈ। ਤੇ ਹੁਣ ਕੋਈ ਕੇਸਾਂ ਦੀ ਬੇਅਦਬੀ, ਵਜਰ ਕੁਰਹਿਤ, ਪੁੱਠਾ ਆਦਿ, ਸ਼ਰਾਬ ਤੰਬਾਕੂ ਦਾ ਸੇਵਨ, ਇਹਨਾਂ ਵਿਸ਼ਿਆਂ ਦੇ ਵਿੱਚ ਕੋਈ ਵਜਰ ਕੁਰਹਿਤ ਕਰ ਬੈਠੇ ਤੇ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਨਰ ਬਿਰਧ ਸੁਆਮੀ ਸੰਗਾ, ਤੇ ਅਕਾਲ ਤਖਤ ਦੇ ਉੱਤੇ ਜਾ ਕੇ ਆਪਣੀ ਭੁੱਲ ਬਖਸ਼ਾ ਲਵੇ ਤੇ ਪੰਜ ਪਿਆਰੇ ਸਹਿਬਾਨ ਉਹਨੂੰ ਦੁਬਾਰਾ ਅੰਮ੍ਰਿਤ ਛਕਾ ਕਰਕੇ ਉਹਨੂੰ ਤਨਖਾਹੀਆ ਜਿਹੜਾ ਹੈ ਪਹਿਲਾਂ ਕਰਾਰ ਦਿੰਦੇ ਨੇ। ਜਦੋਂ ਉਹਦੀ ਤਨਖਾਹ ਪੂਰੀ ਹੋ ਜਾਂਦੀ ਹੈ ਸੇਵਾ ਰੂਪ, ਉਪਰੰਤ ਫਿਰ ਉਹਨੂੰ ਠੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ। ਪਰ ਤਮਾਮ ਉਮਰ ਉਹ ਮਨੁੱਖ ਜਿਹੜਾ ਹੈ ਉਸ ਦਿਨ ਤੋਂ ਬਾਅਦ ਪੰਜ ਪਿਆਰਿਆਂ ਦੀ ਜਿਹੜੀ ਹੈ ਉਹਦੇ ਵਿੱਚ ਨਹੀਂ ਆ ਸਕਦਾ। ਪਿਆਰ ਨਾਲ ਆਖੋ ਸਤਿਨਾਮ। ਗੱਲ ਨੂੰ ਸਮਝਣ ਦਾ ਯਤਨ ਕਰਨਾ। ਜਦੋਂ ਪੰਜ ਪਿਆਰੇ ਜਿਹੜੇ ਅੰਮ੍ਰਿਤ ਛਕਾਉਂਦੇ ਹਨ ਵੀ ਹੋਰ ਸੰਗਤਾਂ ਨੂੰ ਅੰਮ੍ਰਿਤ ਛਕਾਉਣਾ, ਉਹਨਾਂ ਦੀ ਸੇਵਾ ਦੇ ਵਿੱਚ ਉਹ ਮਨੁੱਖ ਜਿਹੜਾ ਵਜਰ ਕੁਰਹਿਤੀਆ ਹੈ ਉਹ ਮਾਫ ਤਾਂ ਉਹਦੀ ਕਰ ਦਿੱਤੀ ਜਾਂਦੀ ਹੈ ਕੁਰਹਿਤ, ਉਹਨੂੰ ਦੁਬਾਰਾ ਸੇਵਾ ਲਾ ਕੇ ਅੰਮ੍ਰਿਤ ਛਕਾ ਦਿੱਤਾ ਜਾਂਦਾ ਹੈ। ਪਰ ਉਹ ਪੰਜ ਪਿਆਰਿਆਂ ਦੀ ਸੇਵਾ ਦੇ ਵਿੱਚ ਤਮਾਮ ਉਮਰ ਜਿਹੜਾ ਹੈ ਉਹ ਲੱਗ ਨਹੀਂ ਸਕਦਾ। ਇਹ ਪੰਥ ਦੀ ਮਰਿਆਦਾ ਹੈ। ਕਾਰਨ ਕਿ ਜਿਸ ਤਰ੍ਹਾਂ ਟੁੱਟਿਆ ਹੋਇਆ ਭਾਂਡਾ ਕੋਈ ਹੋਵੇ, ਉਹਨੂੰ ਟਾਂਕਾ ਲਾ ਦਿੱਤਾ ਜਾਵੇ। ਭਾਂਡਾ ਤੇ ਦਿਖਣ ਨੂੰ ਭਾਂਡਾ ਦਿਖ ਰਿਹਾ ਹੈ, ਉਹਦੇ ਵਿੱਚੋਂ ਕੁਝ ਡੁੱਲਣਾ ਨਹੀਂ ਜੇ ਪਾਓਗੇ ਵੀ, ਪਰ ਭਾਂਡੇ ਤੇ ਲੱਗਾ ਹੋਇਆ ਜਿਹੜਾ ਟਾਂਕਾ ਹੈ ਨਾ, ਉਹ ਤਮਾਮ ਉਮਰ ਜਿਹੜਾ ਦਿਖਦਾ ਰਹਿੰਦਾ। ਇਹ ਗੁਣੀ ਜਨਾਂ ਨੇ ਜਿਹੜੀ ਮਰਿਆਦਾ ਬਣਾਈ, ਬੜੀ ਸੋਚ ਤੇ ਸਮਝ ਕੇ ਬਣਾਈ। ਤੂੰ ਤਨਖਾਹੀਆ ਹੋ ਗਿਆ, ਠੀਕ ਹੈ, ਤੂੰ ਆ ਜਾ, ਵਜਰ ਕੁਰਹਿਤ ਕਰ ਬੈਠਾ ਹੈ, ਹੁਣ ਉਹਦੀ ਤਨਖਾਹ ਤੈਨੂੰ ਲਗਾਈ ਜਾਵੇਗੀ, ਠੰਡੇ ਬਾਟੇ ਦਾ ਅੰਮ੍ਰਿਤ ਵੀ ਛਕਾ ਦਿੱਤਾ ਜਾਵੇਗਾ। ਪਰ ਨਾਲ ਇਹ ਵਚਨ ਕਹਿ ਦਿੰਦੇ ਨੇ ਪੰਜ ਪਿਆਰੇ, ਮਰਿਆਦਾ ਹੈ ਕਿ ਤੂੰ ਤਮਾਮ ਉਮਰ ਪੰਜ ਪਿਆਰਿਆਂ ਦੀ ਸੇਵਾ ਨਹੀਂ ਕਰ ਸਕੇਗਾ। ਮਤਲਬ ਕਿਤੇ ਵੀ ਨਗਰ ਕੀਰਤਨ ਨਿਕਲਦਾ ਹੋਵੇ
ਉਹਦੇ ਵਿੱਚ ਉਹ 5 ਪਿਆਰਾ ਨਹੀਂ ਜੇ ਬਣ ਸਕਦਾ। ਕਿਤੇ ਅੰਮ੍ਰਿਤ ਛਕਾਉਣਾ ਹੋਵੇ, 5 ਬਾਣੀਆਂ ਦਾ ਨਿਤਨੇਮੀ ਵੀ ਭਾਵੇਂ ਹੋਵੇ, ਪਰ ਉਹ ਤਮਾਮ ਉਮਰ ਜਿਹੜਾ ਹੈ ਉਹ ਕਿਸੇ ਨੂੰ ਅੰਮ੍ਰਿਤ ਨਹੀਂ ਛਕਾ ਸਕਦਾ। ਜਿਹੜਾ ਆਪ ਹੀ ਬੱਜਰ ਗ੍ਰਹਿਣ ਕਰਕੇ ਫਿਰ ਭੁੱਲ ਬਖਸ਼ਾਉਂਦਾ ਪਿਆ ਹੈ, ਉਹ ਦੂਸਰੇ ਨੂੰ ਕਿੰਨੀ ਕੁ ਵੱਡੀ ਸਿੱਖਿਆ ਜਿਹੜੀ ਹੈ ਉਹ ਦੇ ਸਕਦਾ ਹੈ। ਇਹ ਪੰਥ ਦੀ ਮਰਿਆਦਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਖਦੇ ਪਏ ਨੇ ਕਿ ਹੁਣ ਇਹਦੇ ਪਾਪ ਅੰਦਰੋਂ ਜਦੋਂ ਛੱਲੇ ਤੇ ਬੇਨਤੀਆਂ ਇਸ ਤਰ੍ਹਾਂ ਕਰਦਾ ਹੈ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਪਏ ਨੇ, ਸੁਨ ਕਰ ਭਏ ਪ੍ਰਸੰਨ ਕਿਰਪਾਲਾ ਕਹੇ ਬਚਨ ਸੁਨਹੁ ਨਰਪਾਲਾ। ਹੇ ਰਾਜਾ ਜੀ ਇਹ ਬਚਨ ਸੁਣਨੇ ਕਰੋ। ਸਤਨਾਮ ਸਿਮਰੋ ਮਨ ਲਾਏ। ਅੱਗੇ ਤੋਂ ਤੁਸੀਂ ਪਾਪ ਨਹੀਂ ਕਮਾਓਗੇ, ਰੱਬ ਤੁਹਾਡੇ ਪਿਛਲੇ ਸਾਰੇ ਪਾਪ ਮਾਫ ਕਰ ਦੇਵੇਗਾ। ਤੇ ਹੁਣ ਕੀ ਕਰਨਾ ਹੈ? ਆਹ ਜਿਹੜਾ ਉਪਦੇਸ਼ ਹੈ ਗ੍ਰਹਿਣ ਕਰਕੇ ਸਤਨਾਮ ਸਿਮਰੋ ਮਨ ਹਾਣੀ। ਪ੍ਰਭੂ ਦਾ ਜੋ ਸਤਨਾਮ ਹੈ, ਸੱਚਾ ਨਾਮ ਹੈ ਨਾ, ਉਹਨੂੰ ਸਿਮਰਨਾ ਕਰੋ। ਪੁਰ ਮੇਲੇ ਬਤਾਰਮ ਸਾਲ ਬਣਾਈ। ਤੇ ਫਿਰ ਇਸ ਰਾਜੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸਵੀਕਾਰ ਕਰ ਲਏ ਤੇ ਧਰਮਸ਼ਾਲਾ ਜਿਹੜੀ ਹੈ ਉਹ ਬਣਾ ਦਿੱਤੀ ਹੈ ਜੀ। ਸਤ ਸੰਗਤ ਤੇ ਕਰੋ ਮਹਾਨੀ। ਉੱਥੇ ਸਤ ਸੰਗਤ ਜਿਹੜੀ ਹੈ ਹੁਣ ਹੋਣ ਬੈਠੀ ਹੈ ਜੀ। ਹਰ ਮਹਿਮਾ ਗਾਵੋ ਗੁਣ ਖਾਨੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਇਹ ਰਾਜਨ ਇਸ ਸਤ ਸੰਗਤ ਦੇ ਵਿੱਚ ਬੈਠ ਕਰਕੇ ਗੁਣਾਂ ਦੀ ਖਾਨ ਜੋ ਪਰਮਾਤਮਾ ਹੈ ਨਾ, ਉਹਦੇ ਗੁਣਾਂ ਨੂੰ ਗਾਉਣਾ ਕਰ। ਆਸੇ ਉਪਦੇਸ਼ ਸੀਖ ਲੈ ਜਾਬਹੀ। ਅਤੇ ਜਦੋਂ ਇਸ ਉਪਦੇਸ਼ ਦੀਆਂ ਇਹ ਸਾਰੀਆਂ ਗੱਲਾਂ ਇਹ ਰੂਹ ਰੀਤੀ ਜਾਣ ਲਈ ਕਿ ਕੋਈ ਜਿਹੜਾ ਹੈ ਉਹ ਵਿਪਕਰਮੀ ਹੋ ਜਾਵੇ, ਕੋਈ ਜਿਹੜਾ ਹੈ ਸਰੀਰ ਦੇ ਪੱਖ ਦੇ ਉੱਤੇ ਜਾ ਕਰਕੇ ਵਜਰ ਕਰਹਿਤਾ ਕਰ ਪਵੇ ਆਪਣੇ ਜੀਵਨ ਦੇ ਵਿੱਚ, ਉਹਦੇ ਬਾਅਦ ਉਹ ਗੁਰੂ ਦੇ ਦਰ ਦੇ ਉੱਤੇ ਜਿਹੜਾ ਹੈ ਬਖਸ਼ਾਇਆ ਤੇ ਜਾਂਦਾ ਹੈ। ਪਰ ਬਾਅਦ ਦੇ ਵਿੱਚ ਇਹ ਨਾ ਹੋਵੇ ਕਿ ਅੱਜ ਭੁੱਲ ਹੋ ਗਈ ਤੇ ਦੂਜੇ ਦਿਨ ਫਿਰ ਜਾ ਕੇ ਕਿਤੇ ਇਹੀ ਕਹਿੰਦਾ ਫਿਰੇ ਜੀ ਮੇਰੇ ਕੋਲ ਤੇ ਫਿਰ ਹੋ ਗਈ। ਫਿਰ ਜਿਹੜਾ ਹੈ ਹਾਥ ਦੀਪ ਕੂਏ ਪਰੇ ਕਾਹੇ ਕੀ ਕੁਸ਼ਲਾਤ। ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ। ਮਨ ਜਾਣਦਾ ਹੈ ਕਿ ਆਹ ਕੰਮ ਮਾੜਾ ਹੈ ਤੇ ਜਾਣ ਬੁੱਝ ਕੇ ਜਾਣਦਿਆਂ ਹੋਇਆਂ ਵੀ ਉਹ ਗਲਤ ਕੰਮ ਕਰ ਲਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ, ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ। ਦੱਸੋ ਪਰ ਉਸ ਮਨੁੱਖ ਨੂੰ ਕੌਣ ਕਹੇਗਾ ਵੀ ਇਹਨੇ ਸਿਆਣਪ ਵਰਤੀ ਹੈ। ਹਾਥ ਦੀਪ ਕੂਏ ਪਰ, ਇੱਕ ਗੱਲ ਉਹ ਹੋ ਗਈ, ਹੱਥ ਦੇ ਵਿੱਚ ਦੀਵਾ ਜਗਾਇਆ, ਹਨੇਰੇ ਵਿੱਚ ਤੁਰਿਆ ਜਾ ਰਿਹਾ, ਅੱਗੇ ਆ ਗਿਆ ਖੂਹ, ਤੇ ਉਸ ਲੋਹ ਦੇ ਵਿੱਚ ਵੀ ਹੁਣ ਖੂਹ ਦੇ ਵਿੱਚ ਡਿੱਗ ਪਵੇ ਤੇ ਕੋਈ ਉਸ ਮਨੁੱਖ ਨੂੰ ਸਿਆਣਾ ਨਹੀਂ ਕਹਿ ਸਕਦੇ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਮਾਪੇ ਕਹਿਣ ਬੱਚਿਆਂ ਨੂੰ, ਬੇਟਾ ਜੀ ਧੀਏ ਰਾਣੀਏ ਆਹ ਕਰਮ ਜਿਹੜਾ ਮਾੜਾ ਹੈ, ਕਿਤੇ ਦੇਖੀ ਪਿਓ ਦੀ ਪੱਗ ਨੂੰ, ਪਿਓ ਦੀ ਇੱਜ਼ਤ ਨੂੰ ਦਾਗ ਨਾ ਲੱਗ ਜਾਵੇ, ਬੱਚਾ ਹਟੇ ਨਾ, ਤੇ ਫਿਰ ਮਾਪਿਆਂ ਦੀ ਸਿੱਖਿਆ ਉੱਥੇ ਕੀ ਕਰੇ। ਇੱਥੇ ਕਵੀ ਰਾਜ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਸਾਰਾ ਉਪਦੇਸ਼ ਇਹਨੂੰ ਰੂਹ ਰੀਤੀ ਸਮਝਾ ਦਿੱਤੀ ਹੈ। ਪਾਹੁਲ ਪਗ ਕੀ ਦੀਨੀ ਤਾਬਹੀ। ਫਿਰ ਉਸੇ ਸਮੇਂ ਇਸ ਰਾਜੇ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਚਰਨ ਕਵਲ ਕੇ ਪਹੁਲ ਭਾਵ ਆਪਣਾ ਸਿੱਖ ਬਣਾ ਲਿਆ ਦੇ ਕੇ। ਕਰੇ ਸਿੱਖ ਆਪਣੇ ਨਰ ਬਰਿੰਦਾ। ਤੇ ਹੋਰ ਵੀ ਅਨੇਕਾਂ ਮਨੁੱਖਾਂ ਨੂੰ ਚਰਨ ਕੋਲ ਦੇ ਕੇ ਆਪਣੇ ਸਿੱਖ ਨਿਵਾਜਿਆ ਹੈ। ਸਤਨਾਮ ਸਿਮਰੋ ਸੁਖ ਕੰਦਾ। ਸੁਖਾਂ ਦੀ ਕੰਧ, ਸੁਖਾਂ ਦਾ ਮੂਲ ਜੋ ਸਤਨਾਮ ਸ੍ਰੀ ਵਾਹਿਗੁਰੂ ਹੈ ਨਾ, ਇਹ ਕਹਿਣ ਲਈ ਕਿਹਾ ਹੈ ਕਿ ਤੁਸੀਂ ਸਤਨਾਮ ਵਾਹਿਗੁਰੂ ਦਾ ਜਾਪ ਜਪੋ। ਕਰਤ ਕੋ ਕਰਮ ਸਰਬ ਸੁਟਵਾਇਓ। ਜਿਹੜਾ ਸਤਨਾਮ ਦਾ ਜਾਪ ਜਪਦਾ ਹੈ ਨਾ, ਉਹਦੇ ਕੋ ਕਰਮ ਜਿਹੜੇ ਨੇ ਨਾਸ਼ ਹੋ ਜਾਂਦੇ ਹਨ ਜੀ। ਨਾਮ ਦਾਨ ਇਸ਼ਨਾਨ ਦਿਲੜਾਇਓ। ਫਿਰ ਇਹਨਾਂ ਲੋਕਾਂ ਨੂੰ, ਇਸ ਰਾਜੇ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਾਮ
ਦਾਨ ਤੇ ਇਸ਼ਨਾਨ ਦ੍ਰਿੜ ਕਰਵਾਇਆ ਹੈ ਜੀ। ਕੇਤਕ ਦਿਵਸ ਜਬ ਰਹਿਤ ਬਿਤਾਏ। ਅਤੇ ਇਸ ਤਰ੍ਹਾਂ ਉਸ ਧਰਮਸ਼ਾਲਾ ਦੇ ਵਿੱਚ ਹੁਣ ਰਾਜਾ ਸਿੱਖ ਬਣ ਗਿਆ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਆਪਣੀ ਭੁੱਲ ਬਖਸ਼ਾ ਕੇ ਗੁਰੂ ਨਾਨਕ ਦੇ ਘਰ ਦਾ ਪਿਆਰਾ ਬਣ ਗਿਆ, ਧਰਮਸ਼ਾਲ ਬਣ ਗਈ। ਉਸ ਧਰਮਸ਼ਾਲ ਦੇ ਅੰਦਰ ਰੱਬ ਦੀ ਬੰਦਗੀ, ਰੱਬ ਦੀ ਕੀਰਤੀ ਹੁਣ ਬਹਿ ਗਈ। ਤੇ ਇਸ ਤਰ੍ਹਾਂ ਉੱਥੇ ਸਤਸੰਗ ਜਿਹੜਾ ਹੈ ਉਹ ਬੜੇ ਦਿਨ ਚੱਲਦਾ ਰਿਹਾ। ਤੇ ਆਂਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਕੇਤਕ ਦਿਵਸ ਜਬ ਰਹਿਤ ਤਬ ਹੀ, ਕਈ ਦਿਨ ਜਦੋਂ ਉੱਥੇ ਗੁਜ਼ਰ ਕੇ ਰਹਿੰਦਿਆਂ ਹਾਥ ਬੰਦ ਨਿਰਪ ਬੈਨ ਅਲਾਏ। ਉਸ ਸਮੇਂ ਉਸ ਭੂਟਾਨ ਦੇ ਰਾਜੇ ਨੇ ਦੋਨੋਂ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ। ਚੌਲ ਪਸਮ ਦੇਸ ਮਮ ਹੋਈ। ਕਹਿਣ ਲੱਗਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਆ ਜਿਹੜਾ ਭੂਟਾਨ ਦੇਸ਼ ਹੈ ਨਾ, ਇਸ ਦੇਸ਼ ਦੇ ਅੰਦਰ ਇੱਕ ਤਾਂ ਚੌਲਾਂ ਦੀ ਫਸਲ ਹੁੰਦੀ ਹੈ, ਇੱਕ ਪਸ਼ਮ ਦੀ ਜਿਹੜੀ ਹੈ ਉਹ ਫਸਲ ਹੁੰਦੀ ਹੈ। ਪਸ਼ਮ ਦਾ ਬਣਦਾ ਹੈ ਜੀ ਕੱਪੜਾ, ਜਿਹਨੂੰ ਪਸ਼ਮਾਨੇ ਦਾ ਕੱਪੜਾ ਵੀ ਕਿਹਾ ਜਾਂਦਾ ਹੈ। ਆਂਦੇ ਇੱਕ ਚੌਲ ਤੇ ਇੱਕ ਪਸ਼ਮ ਦੀ ਫਸਲ ਹੁੰਦੀ ਹੈ। ਔਰ ਅਨ ਉਪਜਤ ਨੇ ਕੋਈ। ਪਰ ਹੋਰ ਕੋਈ ਵੀ ਅੰਨ ਜਿਹੜਾ ਹੈ ਇਸ ਭੂਟਾਨ ਦੀ ਧਰਤੀ ਤੇ ਹੇ ਦੀਨਾਨਾਥ ਨਹੀਂ ਉਗਦਾ। ਕਿਰਪਾ ਧਰ ਪਰ ਦੀਜੇ ਆਬਹੀ। ਤੁਸੀਂ ਕਿਰਪਾ ਕਰੋ, ਇਸ ਧਰਤੀ ਨੂੰ ਜਿਹੜਾ ਹੈ ਵਰ ਦੇਣਾ ਕਰੋ। ਅੰਨ ਕਪਾਹ ਦੇ ਕਹਾਵੇ ਸਭਹੀ। ਇੱਥੇ ਅੰਨ ਵੀ ਪੈਦਾ ਹੋਵੇ, ਇੱਥੇ ਕਪਾਹ ਵੀ ਜਿਹੜੀ ਹੈ ਭਾਵ ਇਹ ਸਾਰੀਆਂ ਵਸਤੂਆਂ ਇਸ ਧਰਤੀ ਦੇ ਵਿੱਚ ਉੱਗਣ ਜੀ। ਸੁਣ ਨੀਜੇ ਪਰੇ ਭਗਤ ਅਨਗੰਗ। ਜਦੋਂ ਇਹ ਬੇਨਤੀ ਭਰਪੂਰ ਉਸ ਰਾਜੇ ਦੇ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੁਣੇ ਹਨ ਜੀ। ਕਹੋ ਬਚਨ ਹਵੇ ਹੈ ਸਭ ਅੰਗ ਨੰਗ। ਕਿਰਪਾ ਦੇ ਸਾਗਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਇਸ ਧਰਤੀ ਨੂੰ ਭਾਗ ਲਾਈ। ਇਸ ਧਰਤੀ ਦੇ ਉੱਤੇ ਜਿਹੜਾ ਹੈ ਇਹ ਵਰ ਦਿੱਤਾ ਗਿਆ, ਮੇਰੇ ਮਾਲਕ ਦਾ ਇਸ ਧਰਤੀ ਨੂੰ ਬਚਨ ਹੋ ਗਿਆ ਕਿ ਅੱਜ ਤੋਂ ਬਾਅਦ ਇਹ ਰਾਜਨ ਜੇ ਤੁਸੀਂ ਵਿਕਾਰ ਨਾ ਕਮਾਵੋਗੇ, ਅੱਜ ਤੋਂ ਬਾਅਦ ਤੁਸੀਂ ਬਾਰ-ਬਾਰ ਫਿਰ ਇੱਦਾਂ ਦੀਆਂ ਗਲਤੀਆਂ ਜੇ ਨਾ ਕਰੋਗੇ ਨਾ, ਉਹ ਅਕਾਲ ਪੁਰਖ ਪਰਮਾਤਮਾ ਇਸ ਧਰਤੀ ਨੂੰ ਭਾਗ ਲਾਵੇਗਾ। ਜਿੱਥੇ ਇੱਥੇ ਪਸੰਦ ਤੇ ਜਿਹੜਾ ਹੈ ਚਾਵਲ ਦੇ ਫਸਲ ਹੁੰਦੀ ਹੈ, ਉੱਥੇ ਹਰ ਪ੍ਰਕਾਰ ਦਾ ਅੰਨ ਜਿਹੜਾ ਹੈ ਇੱਥੇ ਉੱਗੇਗਾ ਜੀ। ਬਹੁਰ ਗਮਨ ਕੀ ਕੀਨੀ ਤਿਆਰੀ। ਕਵੀ ਰਾਜ ਜੀ ਕਹਿੰਦੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ, ਚੜ੍ਹਿਆ ਸੋਧਨ ਧਰਤ ਲੁਕਾਈ ਨੂੰ ਤਾਰਨ ਵਾਸਤੇ ਅੱਗੇ ਨੂੰ ਜਾਣ ਦੀ ਤਿਆਰੀ ਕੀਤੀ ਹੈ ਜੀ। ਸੁਣ ਕੇ ਮਿਲ ਆਏ ਨਰ ਨਾਰੀ। ਜਦੋਂ ਹੁਣ ਉੱਥੋਂ ਦੇ ਲੋਕਾਂ ਨੂੰ ਪਤਾ ਲੱਗਾ ਕਿ ਮਹਾਂਪੁਰਖ ਜਿਹੜੇ ਨੇ ਜਾ ਰਹੇ ਨੇ, ਉਹ ਫਟਾਫਟ ਦੌੜ ਕੇ ਗੁਰੂ ਕੇ ਚਰਨਾਂ ਪਾਸ ਆਏ ਹਨ ਜੀ। ਹਾਥ ਬੰਦ ਕੇ ਗਿਰਾ ਉਚਾਰੀ। ਉਹਨਾਂ ਸਾਰਿਆਂ ਨੇ ਆਪਣੇ ਹੱਥ ਜੋੜੇ ਹੋਏ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਖਲੋ ਕਰਕੇ ਗਿਰਾ ਕਹਿੰਦੇ ਨੇ ਬੇਨਤੀ ਕਰਨੀ। ਮੂੰਹ ਦੇ ਵਿੱਚੋਂ ਕੁਝ ਇਹੋ ਜਿਹੇ ਅਲਫਾਜ਼ ਜਿੰਦੇ ਪਰਥਾਏ ਬੇਨਤੀ ਰੂਪ ਹੋਣ। ਆਂਦੇ ਬੇਨਤੀ ਕਰਨ ਲੱਗੇ ਹਨ ਜੀ। ਸ੍ਰੀ ਗੁਰ ਰਹੋ ਇਸ ਦੇਸ ਮੁਜਾਰੀ। ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਡੇ ਦੇਸ਼ ਦੇ ਵਿੱਚ ਪੱਕੇ ਰਹਿ ਜਾਓ। ਤੁਮ ਆਵਣ ਤੇ ਪਿਓ ਪਵਿੱਤਰਾ। ਅਸੀਂ ਬੜੇ ਤੜਫਦੇ ਪਏ ਸਾਂ। ਇਹ ਰਾਜਾ ਵਿਭਚਾਰੀ ਸੀ, ਤੁਹਾਡੀ ਕਿਰਪਾ ਹੋਈ, ਇਹ ਕੁਕਰਮਾਂ ਤੋਂ ਹਟ ਗਿਆ। ਹੋਰ ਵੀ ਜੋ ਲੋਕ ਕੁਕਰਮ ਕਮਾਉਂਦੇ ਸਨ, ਮਾੜੇ ਕਰਮ ਕਰਦੇ ਸਨ, ਤੁਹਾਡੇ ਆਉਣ ਦੇ ਨਾਲ ਇਹ ਧਰਤੀ ਜਿਹੜੀ ਹੈ ਪਵਿੱਤਰ ਹੋ ਗਈ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ, ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ। ਗੁਰ ਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰੂ ਪੂਜਿਆ, ਤਿਨ ਹਰ ਪੂਜ ਕਰਾਵਾ।
हे ਗੁਰੂ ਨਾਨਕ ਜੀ ਨਾ ਜਾਓ, ਤੁਹਾਡੇ ਆਉਣ ਦੇ ਨਾਲ ਇਹ ਧਰਤੀ ਜਿਹੜੀ ਹੈ ਪਾਪ ਤੇ ਪਵਿੱਤਰ ਹੋਈ ਹੈ। ਸੇਖੀ ਭਈ ਵਿਸਾਲ ਬਚਿੱਤਰਾ, ਜਿੱਥੇ ਕੋਈ ਕਿਨਕਾ ਮਾਤਰ ਸਿੱਖੀ ਦਾ ਬੂਟਾ ਨਹੀਂ ਸੀ, ਤੁਹਾਡੇ ਆਉਣ ਦੇ ਨਾਲ ਇਸ ਧਰਤੀ ਦੇ ਭਾਗ ਜਾਗੇ। ਇੱਥੇ ਵਿਸ਼ਾਲ ਰੂਪ ਦੇ ਵਿੱਚ ਸਿੱਖੀ ਜਿਹੜੀ ਹੈ ਹੁਣ ਪ੍ਰਫੁੱਲਤ ਹੋਈ ਹੈ ਜੀ। ਕਿਉ ਤੁਮ ਤੂਰਨ ਕਰੋ ਤੇ ਆਰੇ, ਇਸ ਕਰਕੇ ਤੁਸੀਂ ਤਾਂ ਇਸ ਧਰਤੀ ਨੂੰ ਭਾਗ ਲਾਏ, ਤੁਸੀਂ ਤਾਂ ਸਾਡੇ ਗਰੀਬੜਿਆਂ ਨੂੰ ਜਿਹੜਾ ਹੈ ਨਿਵਾਜਣਾ ਕੀਤਾ ਹੈ। ਅਸੀਂ ਪਾਪਾਂ ਦੇ ਵਿੱਚ ਕੁਕਰਮਾਂ ਦੇ ਵਿੱਚ ਫਸੇ ਹੋਏ ਸਾਂ ਮਾਲਕ, ਤੁਸੀਂ ਕਿਉਂ ਤਿਆਰੀ ਕਰ ਰਹੇ ਹੋ ਜਾਣ ਦੀ? ਇਸ ਧਰਤੀ ਤੋਂ ਭੂਟਾਨ ਦੇਸ਼ ਦੇ ਵਿੱਚੋਂ ਨਾ ਜਾਓ ਜੀ। ਰਹੋ ਸਦਾ ਨਿਜ ਕਰਨਾ ਤਾਰੇ, हे ਕਿਰਪਾ ਦੇ ਸਾਗਰ ਧੰਨ ਗੁਰੂ ਨਾਨਕ ਜੀ, ਤੁਸੀਂ ਸਦਾ ਸਾਡੇ ਭੂਟਾਨ ਦੇਸ਼ ਦੇ ਵਾਸੀ ਬਣ ਜਾਓ। ਇਸ ਪ੍ਰਕਾਰ ਬੇਨਤੀ ਬਹੁ ਕੀ ਨੰਗ, ਅਤੇ ਇਸ ਪ੍ਰਕਾਰ ਉਹਨਾਂ ਨੇ ਨਾ ਬੜੀਆਂ ਬੇਨਤੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕੀਤੀਆਂ ਹਨ ਜੀ। ਇਸ ਦਿਨ ਸ੍ਰੀ ਗੁਰ ਚੱਲਣ ਨਾ ਦੀਨੰਗ, ਪਿਆਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੰਨਾ ਪਿਆਰ, ਇੰਨਾ ਸਨੇਹ, ਇੰਨਾ ਮੋਹ ਪੈ ਗਿਆ ਆਪਣੇ ਗੁਰੂ ਦੇ ਨਾਲ ਕਿ ਗੁਰੂ ਨੇ ਵੀ ਹੁਣ ਅੱਜ ਇਹਨਾਂ ਦਾ ਆਖਾਂ ਨਹੀਂ ਮੋੜਿਆ। ਪਿਆਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਚੱਲਣ ਲੱਗੇ, ਸਾਰਾ ਨਗਰ ਦੇਸ਼ ਕਹਿ ਲਈਏ ਇਕੱਠਾ ਹੋ ਕੇ ਆ ਗਿਆ। ਪਾਤਸ਼ਾਹ ਨਹੀਂ ਜਾਣਾ, ਸਾਡੇ ਦੇਸ਼ ਦੇ ਵਿੱਚ ਰਹੋ ਸਦਾ ਸਦਾ ਵਾਸਤੇ। ਜਦੋਂ ਇਹਨਾਂ ਦੀਆਂ ਇੰਨੀਆਂ ਨਿਮਰਤਾ ਭਰਪੂਰ ਬੇਨਤੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੁਣੀਆਂ ਨਾ ਗੁਰੂ ਕੀ ਸੰਗਤ ਜੀ, ਕਵਿਰਾਜ ਜੀ ਕਹਿੰਦੇ ਉਹ ਦੀਨਤਾ ਦੇ ਦਿਆਲ ਅਕਾਲ ਪੁਰਖ ਰੱਬ ਦਾ ਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੋਚਦੇ ਨੇ ਚਲੋ ਇਹਨਾਂ ਨੂੰ ਜਿਹੜਾ ਹੈ ਨਾਰਾਜ਼ ਨਾ ਕੀਤਾ ਜਾਏ। ਆਂਦੇ ਇੱਕ ਦਿਨ ਵਾਸਤੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਨਗਰੀ ਦੇ ਵਿੱਚ ਹੋਰ ਰੁਕ ਗਏ ਹਨ ਜੀ। ਅਗਲੇ ਦਿਵਸ ਭੋਰ ਪੀ ਜਾਬਹੀ, ਆਂਦੇ ਜਦੋਂ ਅਗਲੀ ਸਵੇਰ ਜਿਹੜੀ ਹੈ ਭਾਵ ਸੂਰਜ ਦੀ ਟਿੱਕੀ ਨਿਕਲਣੀ ਕੀਤੀ ਹੈ, ਹੋਏ ਆਲੋਪ ਗਏ ਗੁਰ ਤਾਬਹੀ। ਆਂਦੇ ਉਸੇ ਸਮੇਂ ਕੀ ਦੇਖਦੇ ਨੇ ਨਗਰ ਨਿਵਾਸੀ ਆ ਕਰਕੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਆਸਣ ਤੇ ਨਹੀਂ ਹਨ। ਪਿਆਰ ਨਾਲ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਮਰਦਾਨਾ, ਭਾਈ ਬਾਲਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਲੋਪ ਹੋ ਚੁੱਕੇ ਹਨ। ਕਾਰਨ ਦੱਸਾਂ ਕੀ ਸੀ? ਕਾਰਨ ਇਹ ਸੀ ਕਿ ਸੰਗਤਾਂ ਪਿਆਰ ਕਰਦੀਆਂ ਸਨ, ਸੰਗਤਾਂ ਸਨੇਹ ਹੀ ਇੰਨਾ ਪਾ ਚੁੱਕੀਆਂ ਸਨ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਪਤਾ ਸੀ ਜੇ ਇਹਨਾਂ ਨੂੰ ਹੁਣ ਦੱਸ ਕੇ ਗਏ ਤੇ ਇਹਨਾਂ ਨੇ ਜਿੱਦ ਕਰਨੀ ਹੈ। ਜਦੋਂ ਜਿੱਦ ਕਰਨਗੇ ਤੇ ਰੱਬ ਤੇ ਜਿਹੜਾ ਹੈ ਪਿਆਰ ਦਾ ਬੱਝਾ ਤੇ ਪਿਆਰ ਦਾ ਭੁੱਖਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਇੱਥੇ ਅਲੋਪ ਦੇ ਅਰਥ ਇਸ ਤਰ੍ਹਾਂ ਵੀ ਦੱਸ ਸਕਦੇ ਹਾਂ ਕਿ ਬਿਨਾਂ ਦੱਸਿਆ ਹੁਣ ਇਸ ਨਗਰ ਤੋਂ ਪ੍ਰਸਥਾਨ ਕਰ ਗਏ ਹਨ ਜੀ। ਪੀਸੇ ਤੇ ਬਹੁ ਨਰ ਪਛਤਾਏ, ਬਾਅਦ ਦੇ ਵਿੱਚ ਜਦੋਂ ਉਹਨਾਂ ਨਗਰ ਨਿਵਾਸੀਆਂ ਨੂੰ ਪਤਾ ਲੱਗਾ ਭੂਟਾਨ ਦੇ, ਉਹ ਬੜਾ ਪਛਤਾਉਣਾ ਕਰਦੇ ਹਨ। ਦਰਸ਼ਨ ਕਰ ਹਮ ਨੇਤਰੇ ਬਤਾਏ, ਇੰਨਾ ਪਿਆਰ, ਇੰਨਾ ਸਨੇਹ ਪੈ ਚੁੱਕਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਕਾਫੀ ਸਮਾਂ ਬਿਤਾਇਆ। ਪਰ ਇੰਨਾ ਸਮਾਂ ਬਿਤਾਉਣ ਤੋਂ ਬਾਅਦ ਵੀ ਇਹ ਬਚਨ ਕਹਿ ਰਹੇ ਹਨ ਕਿ ਅਸੀਂ ਹਜੇ ਤ੍ਰਿਪਤ ਨਹੀਂ ਹੋਏ। ਤੇ ਇੱਦਾਂ ਕਹਿ ਲਈਏ ਬਾਣੀ ਦੇ ਵਿੱਚੋਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਨ ਪ੍ਰਭ ਮੇਰੇ ਦਿਨ ਨਾਮ ਕਰ ਆਪਣੇ ਤੇ। ਹਮੇਸ਼ਾ ਹੀ ਤੇਰੇ ਦਰਸ਼ਨਾਂ ਦੀ ਤਾਂਘ ਜਿਹੜੀ ਹੈ ਉਹ ਮੈਨੂੰ ਲੱਗੀ ਰਵੇ, ਤੇਰੇ ਦਰਸ਼ਨ ਮੈਂ ਕਰਦੇ ਰਵਾਂ। ਇਸ ਪ੍ਰਕਾਰ ਇਹਨਾਂ ਦਾ ਜੀਵਨ ਹੈ ਜੀ। ਭਲੀ ਪ੍ਰਕਾਰ ਕੀਨ ਨੇ ਸੇਵਾ, ਇੰਨੀ ਸੇਵਾ ਕਰਨ ਦੇ ਉਪਰੰਤ ਵੀ ਸੋਚਦੇ ਨੇ ਕਿ ਅਸੀਂ ਭਲੀ ਪ੍ਰਕਾਰ ਜਿਹੜੀ ਹੈ ਉਹ ਸੇਵਾ ਨਹੀਂ ਕੀਤੀ ਗੁਰੂ ਦੀ। ਸਿਰ ਗੁਰ ਗਮਨ ਅਲਖ ਆਪੇਵਾ, ਅਲਖ ਭੇਵਾ, ਜਿਨ੍ਹਾਂ ਦੀ ਗਮਤਾ
ਕਹਿਣ ਤੋਂ ਰਹਿਤ ਹੈ, ਉਹ ਬਿਨਾਂ ਦੱਸਿਆਂ ਹੀ ਚਲੇ ਗਏ। ਸਿਮਰੇ ਨਿਸਬਾਸਰ ਤਰ ਧਿਆਨ। ਪਰ ਉਸ ਉਪਰੰਤ ਇਹਨਾਂ ਨੂੰ ਧਰਵਾਸ ਆਇਆ ਤੇ ਹੁਣ ਜੋ ਗੁਰੂ ਨਾਨਕ ਸਾਹਿਬ ਜੀ ਇਹਨਾਂ ਨੂੰ ਕਹਿ ਗਏ ਸਨ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਇਹ ਜਾਪ ਜਪਣਾ ਹੈ, ਰੱਬ ਦੀ ਬੰਦਗੀ ਕਰਨੀ ਹੈ। ਰੱਬ ਕੋਈ ਇਨਸਾਨ ਨਹੀਂ, ਰੱਬ ਜਿਹੜਾ ਹੈ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ। ਉਹਨੂੰ ਸਿਮਰੋ, ਰੱਬ ਸਾਰੇ ਕਾਜ ਸਵਾਰਦਾ ਹੈ। ਇਸ ਕਰਕੇ ਆਂਦੇ ਸਿਮਰ ਹੈ ਨਿਸਬਾਸੁਰ ਤਰ ਧਿਆਨਾ। ਗੁਰੂ ਨਾਨਕ ਦੀ ਜੋਤ ਦਾ ਧਿਆਨ ਧਰ ਕੇ, ਉਹਨਾਂ ਦੇ ਚਰਨ ਕਮਲਾਂ ਦਾ ਧਿਆਨ ਧਰ ਕੇ ਇਹ ਸਾਰੇ ਸਿਮਰਨ ਦੇ ਜੁੜੇ ਹਨ ਜੀ। ਬਹੁਤ ਨਰਨਕ ਪਾਕ ਲਿਆਨਾ। ਇੱਥੇ ਬੇਅੰਤ ਜਿਹੜੇ ਮਨੁੱਖ ਸਨ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭੂਟਾਨ ਦੇ ਲੋਕਾਂ ਦਾ ਜਿਹੜਾ ਹੈ ਕਲਿਆਣਤਾ ਕੀਤੀ ਹੈ ਜੀ। ਆਗੇ ਗਮਨ ਸ੍ਰੀ ਜਗਤੇਸਾ। ਔਰ ਇਸ ਤੋਂ ਅੱਗੇ ਭੂਟਾਨ ਦੇਸ਼ ਨੂੰ ਤਾਰ ਕੇ ਉਸ ਰਾਜੇ ਦੇ ਵਿਭਚਾਰ ਜਿਹੜੇ ਨੇ ਉਹ ਖਤਮ ਕਰਕੇ ਗੁਰੂ ਕੀ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਗਲੇ ਪਾਸੇ ਨੂੰ ਉਹਨਾਂ ਨੇ ਕਹਿ ਲਈਏ ਰਵਾਨਗੀ ਕੀਤੀ ਹੈ। ਹੁਣ ਧਿਆਨ ਦੇਣਾ, ਜੋ ਆਪ ਜੀ ਨੇ ਇਸ ਪ੍ਰਸੰਗ ਨੂੰ ਸਰਵਣ ਕੀਤਾ ਹੈ ਉਹਦੇ ਵਿੱਚ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਹੈ ਕਿ ਜੇ ਕਿਸੇ ਦੀ ਜਿਹੜਾ ਕਾਮ ਹੈ ਉਹਦੇ ਉੱਤੇ ਪਕੜ ਨਾ ਹੋਵੇ ਤੇ ਵਿਚਾਰ ਵਸਤੂ ਦੇ ਰਾਹੀਂ ਉਸ ਮਨੁੱਖ ਨੂੰ ਜਿਹੜਾ ਹੈ ਸਮਝਾਇਆ ਜਾ ਸਕਦਾ ਹੈ। ਕਿਉਂਕਿ ਅੱਜ ਵੀ ਟਕਸਾਲ ਦੇ ਅੰਦਰ ਜ਼ਿਆਦਾਤਰ ਜਦੋਂ ਵੀ ਇਹਨਾਂ ਗ੍ਰੰਥਾਂ ਦਾ ਅਧਿਐਨ ਕਰਾਇਆ ਜਾਂਦਾ ਹੈ, ਆਪ ਜੀ ਜੋ ਗ੍ਰੰਥ ਦੀ ਕਥਾ ਸੁਣ ਰਹੇ ਹੋ, ਸ਼੍ਰੀ ਗੁਰੂ ਪ੍ਰਤਾਪ ਸੂਰੀ ਗ੍ਰੰਥ ਕਹਿ ਲਈਏ, ਪ੍ਰਾਚੀਨ ਪੰਥ ਪ੍ਰਕਾਸ਼ ਕਹਿ ਲਈਏ, ਗੁਰਬਿਲਾਸ ਪਾਤਸ਼ਾਹੀ 10ਵੀਂ ਕਹਿ ਲਈਏ, ਆਦਿ ਇਹ ਇਤਿਹਾਸਕ ਗ੍ਰੰਥ ਹਨ ਸਾਡੇ ਕੋਲ। ਇਹਨਾਂ ਦੀ ਵਿਆਖਿਆ ਤੋਂ ਪਹਿਲਾਂ ਬੇਅੰਤ ਗ੍ਰੰਥਾਂ ਦਾ ਅਧਿਐਨ ਜਿਹੜਾ ਹੈ ਉਹ ਵਿਦਿਆਰਥੀਆਂ ਨੂੰ ਕਰਵਾਇਆ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਜਿਹੜਾ ਹੈ ਇੱਕ ਪਾਠ ਹੁੰਦਾ ਹੈ ਵਸਤੂ ਵਾਚਕ। ਉਸ ਪਾਠ ਦਾ ਅਧਿਐਨ, ਉਹਦੇ ਅਰਥ ਇਸ ਪ੍ਰਕਾਰ ਕਰਾਏ ਜਾਂਦੇ ਨੇ ਕਿ ਬੱਚੇ ਜਿਹੜੇ ਪੜ੍ਹਨ ਵਾਲੇ ਨੇ ਨਾ, ਉਹਨਾਂ ਦਾ ਮਨ ਜਿਹੜਾ ਹੈ ਉਹ ਵਾਸ਼ਨਾਵਾਂ ਨੂੰ ਪ੍ਰਬਲ ਨਾ ਹੋਵੇ। ਇਸ ਕਰਕੇ ਇੱਥੇ ਰਾਜੇ ਨੂੰ ਵੀ ਇਹ ਸਿੱਖਿਆ ਦਿੱਤੀ ਗਈ ਕਿ ਪਰ ਇਸਤਰੀ ਪਰ ਮਰਦ ਆਦਿਕ ਦੋਨਾਂ 'ਚੋਂ ਕੋਈ ਵੀ ਹੋਏ, ਉਹ ਆਪਣੇ ਘਰ ਨੂੰ ਛੱਡ ਕੇ ਜਦੋਂ ਬਾਹਰ ਦਾ ਝਾਤ ਮਾਰੇਗਾ ਤੇ ਉੱਥੇ ਫਿਰ ਜਿਹੜਾ ਹੈ ਸੁੱਖ ਨਹੀਂ ਮਿਲਣਗੇ, ਉੱਥੇ ਦੁੱਖ ਹੀ ਦੁੱਖ ਮਿਲਦੇ ਨੇ। ਤੇ ਬਿਲਕੁਲ ਸੱਚਾਈ ਹੈ। ਜੇ ਅੱਜ ਦੇ ਸਮੇਂ ਦੇ ਅੰਦਰ ਵੀ ਕੋਈ ਮਨੁੱਖ ਜਿਹੜਾ ਹੈ ਇਹ ਕਰਮ ਕਰ ਰਿਹਾ ਹੈ, ਵਿਭਚਾਰ ਕਮਾ ਰਿਹਾ ਹੈ, ਤੇ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਆਪ ਜੀ ਨੇ ਸੁਣੇ ਨੇ, ਉਹ ਨਰਕਾਂ ਦਾ ਭਾਗੀ ਹੋਵੇਗਾ। ਪਿਆਰ ਨਾਲ ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਤੋਂ ਅੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਜਗਤ ਦੇ ਈਸ਼ਰ ਚਲਨਾ ਕਰਦੇ ਹਨ ਜੀ। ਪਹੁੰਚ ਜਾਏ ਔਰ ਇੱਕ ਦੇਸ। ਚਲਦਿਆਂ ਚਲਦਿਆਂ ਅਗਲੇ ਦੇਸ਼ ਦੇ ਵਿੱਚ ਪਹੁੰਚ ਗਏ ਹਨ ਜੀ। ਅਨ ਅਗਨ ਦਉ ਤੇ ਨਾਹੀ। ਅਤੇ ਜਿਸ ਦੇਸ਼ ਦੇ ਵਿੱਚ ਪਹੁੰਚੇ ਹਨ ਉਸ ਦੇਸ਼ ਦੇ ਵਿੱਚ ਨਾ ਤਾਂ ਅਨਾਜ ਹੈ ਤੇ ਨਾ ਹੀ ਉੱਥੇ ਅੱਗ ਬਾਲੀ ਜਾਂਦੀ ਹੈ। ਅਮਿਖ ਕੋ ਭੋਜਨ ਸਭ ਖਾਹੀ। ਅਮਿਖ ਕਹਿੰਦੇ ਨੇ ਮਾਸ ਨੂੰ। ਉੱਥੇ ਅੰਨ ਨਹੀਂ ਪੈਦਾ ਹੁੰਦਾ ਉਸ ਧਰਤੀ ਤੇ, ਉਸ ਧਰਤੀ ਤੇ ਅੱਗ ਨਹੀਂ ਬਾਲਦੇ ਉਸ ਦੇਸ਼ ਦੇ ਵਾਸੀ, ਪਰ ਇੱਕ ਕਰਮ ਹੈ ਆਪਣੇ ਪੇਟ ਦੀ ਪੂਰਤੀ ਵਾਸਤੇ ਉਹ ਅਮਿਖ ਕਹਿੰਦੇ ਨੇ ਮਾਸ ਨੂੰ। ਉਹ ਮਾਸ ਦਾ ਆਹਾਰ ਹੀ ਉਹਨਾਂ ਨੇ ਆਪਣਾ ਭੋਜਨ ਬਣਾਇਆ ਹੈ ਜੀ। ਇੱਕ ਪਾਹਨ ਉੱਪਰ ਇੱਕ ਨੀਚੇ। ਤੇ ਉਸ ਮਾਸ ਨੂੰ ਪਕਾਉਣ ਵਾਸਤੇ ਕੀ ਤਰੀਕਾ ਵਰਤਦੇ ਨੇ? ਇੱਕ ਪੱਥਰ ਲੈਂਦੇ ਨੇ ਚਪਟਾ, ਉਹਦੇ ਵਿੱਚ ਮਾਸ ਦੇ ਟੁਕੜੇ ਨੂੰ ਕੱਟ ਕੇ ਗੋਲਾਈ ਦੇ ਕਿਸੇ ਪ੍ਰਕਾਰ ਦੀ ਉਹਦੇ ਉੱਪਰ ਇੱਕ ਪੱਥਰ ਜਿਹੜਾ ਹੈ ਹੋਰ ਰੱਖ ਦਿੰਦੇ ਹਨ ਜੀ। ਅਮਿਖ ਰਾਖੇ ਤਿੰਨ ਕੇ ਵਿੱਚ। ਉਹ ਮਾਸ ਦਾ ਟੁਕੜਾ ਉਹਨਾਂ ਦੋਨਾਂ ਪੱਥਰਾਂ 'ਚ ਰੱਖਦੇ ਹਨ ਜੀ। ਸਵਾ ਪਹਿਰ ਮੰਤਰ ਜਪ ਪਾਨੰਗ। ਸਵੇਰ ਦਾ ਜਦੋਂ ਸਵਾ ਪਹਿਰ ਹੁੰਦਾ ਹੈ, ਭਾਵ ਸਵਾ ਪਹਿਰ ਰਾਤ ਜਦੋਂ ਬੀਤ ਜਾਂਦੀ ਹੈ, ਤੇ ਉਦੋਂ
6 6:30 ਵਜੇ ਤੋਂ ਬਾਅਦ ਜਦੋਂ ਸੂਰਜ ਦੀ ਟਿੱਕੀ ਆਉਂਦੇ ਨਿਕਲਦੀ ਹੈ ਜੀ। ਇਉਂ ਪੁਕਾਏ ਕਰ ਹੈ ਤੇ ਖਾਨੰਗ। ਤੇ ਉਹ ਮੰਤਰ ਪੜ੍ਹਦੇ ਨੇ ਤੇ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਇਹਨਾਂ ਮੰਤਰਾਂ ਦੇ ਨਾਲ ਇਹ ਮਾਸ ਜਿਹੜਾ ਹੈ ਉਹ ਪੱਕ ਜਾਂਦਾ ਹੈ, ਪਰ ਇਹਨਾਂ ਦਾ ਭੁਲੇਖਾ ਹੈ। 2 ਪੱਥਰ ਹਨ, ਵਿੱਚ ਮਾਸ ਦਾ ਟੁਕੜਾ ਰੱਖਿਆ ਹੈ ਪਕਾਉਣ ਵਾਸਤੇ, ਤੇ ਸੂਰਜ ਦੀ ਰੋਸ਼ਨੀ ਜਿਹੜੀ ਹੈ